गुड मॉर्निंग स्टूडेंट्स। हुण जिहड़ा अपना यूनिट 2 है वो है इंस्टॉलेशन। इंस्टॉलेशन मतलब द प्रोसैस ऑफ इरैक्टिंग इक्विपमेंट इज़ नोन एज इंस्टॉलेशन। जे अपने कोई इक्विपमेंट आ इलैक्ट्रिकल इक्विपमेंट आ उन्होंने अपने किसी जगह पर लगाना आ ਜਾਂ ਆਪਾਂ ਉਹਦੀ ਆਪਾਂ ਨੇ ਕਿਸੇ ਜਗ੍ਹਾ ਉਹਨੂੰ ਜੋੜਨਾ ਇਰੈਕਟ ਕਰਨਾ ਉਹ ਪ੍ਰੋਸੈਸ ਨੂੰ ਟੋਟਲ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਆ ਇੰਸਟਾਲੇਸ਼ਨ। ਸੋ ਇਸ ਯੂਨਿਟ ਦੇ ਵਿੱਚ ਆਪਾਂ ਅੱਗੇ ਫਰਦਰ ਚੈਪਟਰਸ ਪੜ੍ਹਨੇ ਆ ਡਿਫਰੈਂਟ ਇਲੈਕਟ੍ਰੀਕਲ ਇਕਵਿਪਮੈਂਟਸ ਦੀ ਇੰਸਟਾਲੇਸ਼ਨ। ਫॉर एग्जांपल फर्स्ट अपने को चैप्टर होगा इंस्टॉलेशन ऑफ ट्रांसमिशन एंड डिस्ट्रीब्यूशन लाइन्स कि आप लाइन्स ਨੂੰ ਜਦੋਂ ਇੰਸਟਾਲ ਕਰਨੀਆਂ ਨੇ ਉਦੋਂ ਆਪਾਂ ਨੂੰ ਕੀ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ, ਕੀ ਪ੍ਰੀਕਾਸ਼ਨਸ ਰੱਖਣੇ ਆ ਤੇ ਕੀ ਆਪਾਂ ਨੇ ਉਹਦੀ ਇੰਸਪੈਕਸ਼ਨਸ ਆ ਜਿਹੜੀ ਉਹ ਧਿਆਨ ਵਿੱਚ ਰੱਖਣੀਆਂ। ਜਿਹੜਾ ਸੈਕਿੰਡ ਚੈਪਟਰ ਹੋਊਗਾ ਇਸ ਯੂਨਿਟ ਦਾ ਉਹ ਹੋਊਗਾ ਕੇਬਲਸ ਦਾ, ਵੀ ਆਪਾਂ ਨੇ ਇੰਸਟਾਲੇਸ਼ਨ ਕੇਬਲਸ ਦੀਆਂ ਕਿੱਦਾਂ ਕਰਨੀਆਂ। ਐਂਡ ਫਰਦਰ ਔਨ ਆਪਣੇ ਕੋਲ ਜਿਵੇਂ ਟਰਾਂਸਫਾਰਮਰ ਦੀ ਵੀ ਇੰਸਟਾਲੇਸ਼ਨ ਆਪਾਂ ਪੜਾਂਗੇ। ਸੋ ਸਭ ਤੋਂ ਪਹਿਲਾਂ ਜਦੋਂ ਆਪਾਂ ਕਿਸੇ ਵੀ ਇਲੈਕਟ੍ਰੀਕਲ ਇਕਵਿਪਮੈਂਟ ਨੂੰ ਇੰਸਟਾਲ ਕਰਨਾ ਉਦੋਂ ਆਪਾਂ ਨੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ, ਤਾਂ ਉਸ ਟਾਈਮ ਇਹ ਹੋਣਾ ਚਾਹੀਦਾ ਕਿ ਵੈਨ ਐਵਰ ਐਨ ਇਲੈਕਟ੍ਰੀਕਲ ਇਕਵਿਪਮੈਂਟ ਇਜ਼ ਕਨੈਕਟਿਡ ਟੂ ਸਪਲਾਈ network pre-commissioning electrical tests and visual inspections is done। ਪਹਿਲਾਂ ਤਾਂ ਆਪਾਂ ਉਹਨੂੰ ਵਿਜ਼ੂਅਲੀ ਦੇਖਾਂਗੇ ਕਿ ਉਹ ਸਾਰਾ ਕੁਝ ਉਹਦੇ ਇਕਵਿਪਮੈਂਟ ਦਾ ਸਹੀ ਆ। ਫॉर एग्जांपल ਸਭ ਤੋਂ ਪਹਿਲਾਂ ਜੇ ਆਪਾਂ ਕਿਸੇ ਚੀਜ਼ ਨੂੰ ਇੰਸਟਾਲ ਕਰਨਾ ਆਪਾਂ ਨੂੰ ਇਹ ਦੇਖਣਾ ਕਿ ਉੱਥੇ ਆਪਣੇ ਕੋਲ ਪ੍ਰੋਪਰ ਜਗ੍ਹਾ ਹੈਗੀ ਆ ਉਸ ਜਿਵੇਂ ਸਪੋਜ਼ ਆਪਾਂ ਨੇ ਕਿਸੇ ਸਬਸਟੇਸ਼ਨ ਨੂੰ ਨਵਾਂ ਬਣਾਉਣਾ ਹੈ ਤਾਂ ਉਸ ਵਾਸਤੇ ਆਪਣੇ ਕੋਲ ਪ੍ਰੋਪਰ ਜਗ੍ਹਾ ਚਾਹੀਦੀ ਹੈ ਉਸ ਸਬਸਟੇਸ਼ਨ ਨੂੰ ਇੰਸਟਾਲ ਕਰਨ ਲਈ। ਸੋ ਸਭ ਤੋਂ ਪਹਿਲਾ ਪੁਆਇੰਟ ਆਪਣਾ ਕੋਲ ਹੋਊਗਾ ਕਿ ਉੱਥੇ ਉਨੀ ਆਪਣੇ ਕੋਲ ਅਵੇਲੇਬਲ ਸਪੇਸ ਹੈਗੀ ਆ ਚੀਜ਼ ਨੂੰ ਇੰਸਟਾਲ ਕਰਨ ਦੀ ਜਾਂ ਉਹਨੂੰ ਸਟੋਰ ਕਰਨ ਦੀ। ਸਟੋਰੇਜ ਮਤਲਬ ਜਿਵੇਂ ਆਪਾਂ ਨੇ ਕੋਈ ਥਰਮਲ ਪਲਾਂਟ ਇੰਸਟਾਲ ਕਰਨਾ ਉਹਦੇ ਲਈ ਆਪਾਂ ਨੂੰ ਕੀ ਚੀਜ਼ਾਂ ਦਾ ਧਿਆਨ ਰੱਖਣਾ ਕਿ ਉੱਥੇ ਪਹਿਲਾਂ ਆਪਾਂ ਰॉ ਮਟੀਰੀਅਲ ਲਈ ਜਗ੍ਹਾ ਹੋਵੇ, ਫਰਦਰ ਰॉ ਮਟੀਰੀਅਲ ਤੋਂ ਬਾਅਦ ਜਿਹੜਾ ਉਹਦੇ ਵਿੱਚ ਡਿਸਪੋਜ਼ ਆਫ ਹੋਵੇ ਉਹਦੇ ਲਈ ਵੀ ਪ੍ਰੋਪਰ ਜਗ੍ਹਾ ਹੋਣੀ ਚਾਹੀਦੀ ਹੈ। ਠੀਕ ਹੈ। ਸੈਕਿੰਡ ਹੈਗਾ ਪ੍ਰੈਪਰੇਸ਼ਨ ਆਫ ਫਾਊਂਡੇਸ਼ਨ ਐਂਡ ਕੈਰੀ ਆਊਟ ਸਿਵਲ ਵਰਕ ਕਿ ਫਾਊਂਡੇਸ਼ਨ ਵੀ ਪ੍ਰੋਪਰ ਆਪਣੇ ਕੋਲ ਸਪੇਸ ਹੋਣੀ ਚਾਹੀਦੀ ਹੈ। ਦੈਟ ਸ਼ੁੱਡ ਬੀ ਫਾਊਂਡੇਸ਼ਨ ਸ਼ੁੱਡ ਬੀ ਫਰਮ ਇਨ ਇੰਸਟਾਲਿੰਗ ਐਨੀ ਇਕਵਿਪਮੈਂਟ। Next is making the supply arrangement like laying of control panels as per the requirement। Fourth is checking the alignment of equipment while erection। alignment किसी भी equipment की check करनी बहुत ज़रूरी है। अगर दे properly alignment नहीं होगी फॉर एग्जांपल जिमें कि टावर्स ਦੇ ਵਿੱਚ ਜਾਂ पोल्स ਦੇ ਵਿੱਚ ਤਾਂ फर्दर ਉਹਦੇ ਨਾਲ losses ਕਾफ़ी ਹੋਣਗੇ। Next point is making arrangement of cooling system। ਹੁਣ ਜੇ ਆਪਾਂ ਨੇ ਕੋਈ ਵੀ ਇੱਕ ਇਕਵਿਪਮੈਂਟ ਇੰਸਟਾਲ ਕਰ ਰਹੇ ਹਾਂ ਕਿਸੇ ਦੀ ਵੀ ਗੱਲ ਕਰੀਏ ਜਿਵੇਂ ਕਿ ਟਰਾਂਸਫਾਰਮਰ ਵਰਕ ਕਰ ਰਿਹਾ ਜਾਂ ਆਪਾਂ ਕਹੀਏ ਕੋਈ ਪਲਾਂਟ ਵਰਕ ਕਰ ਰਿਹਾ ਉਹਦੇ ਲਈ ਕੂਲਿੰਗ ਸਿਸਟਮ ਹੋਣਾ ਬਹੁਤ ਜ਼ਰੂਰੀ ਆ। ਸੋ ਇਹ ਵੀ ਆਪਣੇ ਮੇਨ ਪੁਆਇੰਟ ਦੇ ਵਿੱਚ ਆ ਜਾਂਦਾ ਕਿ ਇੰਨੀ ਕੁ ਆਪਣੇ ਕੋਲ ਅਰੇਂਜਮੈਂਟ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ ਕੂਲਿੰਗ ਸਿਸਟਮ ਨੂੰ ਆਪਾਂ ਵਿੱਚ ਇੰਸਟਾਲ ਕਰ ਸਕੀਏ। ਨਾਓ ਵੈਰੀਫਿਕੇਸ਼ਨ ਆਫ ਪ੍ਰੋਪਰ ਆਪਰੇਸ਼ਨ ਆਫ ਇੰਟਰਲੌਕਸ, ਇਹ ਵੀ ਸਭ ਤੋਂ ਇੰਪੋਰਟੈਂਟ ਪੁਆਇੰਟ ਆ ਦੈਟ ਇਜ਼ ਇੰਟਰਲੌਕਸ। ਹੁਣ ਜਦੋਂ ਆਪਾਂ ਕਿਸੇ ਪਲਾਂਟ ਨੂੰ ਕਨੈਕਟ ਕਰਦੇ ਹਾਂ ਫਰਦਰ ਉਹਨੂੰ ਆਪਾਂ ਜਿਵੇਂ ਕਿ ਇੱਕ ਸਟੀਮਰ ਆਪਣੇ ਕੋਲ ਫਿਰ ਬੋਇਲਰ ਆ ਗਿਆ ਦੈਨ ਆਪਣੇ ਕੋਲ ਟਰਬਾਈਨਸ ਆ ਗਈਆਂ ਉਹਨਾਂ ਨੂੰ ਜਿਵੇਂ ਵੀ ਆਪਾਂ ਜਾਂ ਆਪਾਂ ਟਰਾਂਸਮਿਸ਼ਨ ਲਾਈਨਸ ਦੀ ਗੱਲ ਕਰੀਏ ਆਪਾਂ ਨੇ ਕੰਡਕਟਰਸ ਨੂੰ ਜੁਆਇਨ ਕਰਨਾ ਉਸ ਤੋਂ ਬਾਅਦ ਇੰਸੂਲੇਟਰਸ ਜਾਂ ਇੰਸੂਲੇਟਰਸ ਉਹਦੇ ਵਿੱਚ ਆਪਾਂ ਨੇ ਕਨੈਕਟ ਕਰਨੇ ਆ ਤਾਂ ਜਿਹੜੀ ਇੰਟਰਲੌਕਿੰਗ ਆ ਉਹਨਾਂ ਦੀ ਪ੍ਰੋਪਰ ਹੋਣੀ ਚਾਹੀਦੀ ਆ। ਜੇ ਕਨੈਕਸ਼ਨ ਆਪਣਾ ਕਿਤੋਂ ਲੂਜ਼ ਹੋਊਗਾ ਉਹਦੇ ਨਾਲ ਕੀ ਹੋ ਸਕਦਾ ਸਪਾਰਕਿੰਗ ਹੋ ਸਕਦੀ ਹੈ ਫਰਦਰ ਲੌਸਿਸ ਦੈਨ ਡੈਮੇਜ ਟੂ ਦੀ ਹੋਲ ਇਕਵਿਪਮੈਂਟ। फर्दर इज चैक ऑफ ऑल दी एक्सपोज पार्ट दैट आर ਅਰਥਡ ਜੇ ਆਪਾਂ ਕਿਸੇ ਵੀ ਉਹਦੇ ਆਪਣੇ ਅਰਥਿੰਗ ਜਿਹੜੇ ਵੀ ਇਕਵਿਪਮੈਂਟਸ ਨੂੰ ਕੀਤੇ ਹੋਏ ਉਹਨਾਂ ਨੂੰ ਆਪਾਂ ਨੇ ਪ੍ਰੋਪਰ ਚੈੱਕ ਕਰਨਾ ਆ। ਚੈੱਕ ਦੀ ਇਨਸੂਲੇਸ਼ਨ ਲੈਵਲ ਐਂਡ ਫॉर ਕੰਟੀਨਿਊਟੀ ਟੈਸਟਸ। ਚੈਕਿੰਗ ਆਫ ਕਲੀਅਰੈਂਸ ਡਿਸਟੈਂਸਿਸ, ਕਲੀਅਰੈਂਸ ਡਿਸਟੈਂਸ ਵੀ ਹੋਣੀ ਹਰ ਇੱਕ ਚੀਜ਼ ਦੀ ਬਹੁਤ ਜ਼ਰੂਰੀ ਹੈ। ਕੁਛ ਆਪਣੇ ਕੋਲ ਸਟੈਂਡਰਡ ਕਲੀਅਰੈਂਸ ਡਿਸਟੈਂਸ ਨੇ ਉਹ ਆਪਾਂ ਅੱਗੇ ਇਸ ਚੈਪਟਰ ਦੇ ਵਿੱਚ ਪੜਾਂਗੇ। Last is handling equipment like pulling and tensioning devices should be in safe operating conditions। सो ਹੁਣ ਆਪਣੇ ਕੋਲ ਇੰਸਟਾਲੇਸ਼ਨ ਦੇ ਵਿੱਚ ਜਿਹੜਾ ਚੈਪਟਰ 1 ਹੈ ਉਹ ਹੈ ਆਪਾਂ ਕੀ ਪੜਾਂਗੇ ਕਿ ਆਪਾਂ ਟਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਲਾਈਨਸ ਨੂੰ ਕਿੱਦਾਂ ਇੰਸਟਾਲ ਕਰਨਾ। ਇਹਨਾਂ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹਨਾਂ ਦੋਨਾਂ ਵਿੱਚ ਡਿਫਰੈਂਸ ਕੀ ਆ ਟਰਾਂਸਮਿਸ਼ਨ ਲਾਈਨ ਤੇ ਡਿਸਟ੍ਰੀਬਿਊਸ਼ਨ ਲਾਈਨ ਦੇ ਵਿੱਚ। ਫਸਟ ਇਜ਼ ਜਿਹੜੀਆਂ ਟਰਾਂਸਮਿਸ਼ਨ ਲਾਈਨਸ ਨੇ ਦੈਟ ਆਰ ਯੂਜ਼ਡ ਫॉर ਲਾਰਜ ਡਿਸਟੈਂਸਿਸ। ਜੇ ਆਪਾਂ ਨੇ ਇਲੈਕਟ੍ਰਿਸਿਟੀ ਸਪਲਾਈ ਨੂੰ ਆਪਾਂ ਨੇ ਟਰਾਂਸਮਿਟ ਕਰਨਾ ਤਾਂ ਉਹਨਾਂ ਲਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਾਰਜ ਡਿਸਟੈਂਸਿਸ ਤੇ ट्रांसफर करने लिए आप किहड़ियां लाइन्स नूं यूज़ करते हैं ट्रांसमिशन लाइन्स। क्यों? क्योंकि इन्हां दी एक वोल्टेज जिहड़ी कैरिंग कैपेसिटी हुंदी है वो भी हायर हुंदी है एंड दे कैन ट्रांसपोर्ट मोर इलैक्ट्रिसिटी। जिवें कि आप इस डायग्राम दे विच देख सकते हैं कि आ अपने कोल की आ जनरेटिंग पावर प्लांट।
इत्थों आपां ने की कीता, जिहड़ी इलैक्ट्रिसिटी जनरेट हुई उन्होंने फर्दर आपां ने टावर्स दे नाल आपां ने की कीता, ट्रांसमिशन लाइनस नूं कनैक्ट करता। इत्थे अपने कोल ट्रांसफार्मर लग्या, इहने की करती स्टैप अप वोल्टेज, वोल्टेज की होगी हायर होगी। सो ये जिहड़ी ट्रांसमिशन लाइन आ फर्दर आपां इनू इलैक्ट्रिसिटी भेज सकते हैं लॉन्ग डिस्टेंसिस से, जिवें कि फैक्ट्रीज दे विच जां किते किसी दूर दराडे मतलब जगह दे विच कोई अपना पावर प्लांट वर्क कर रहा, उस टाइम जिहड़ियां लाइनस नूं यूज़ किया जाता वो हुंदा ट्रांसमिशन लाइनस। सो जिहड़ियां डिस्ट्रीब्यूशन लाइनस ने वो किस वास्ते यूज़ होंदियां ने? डिस्ट्रीब्यूशन लाइनस आर यूज फॉर शॉर्ट डिस्टेंसिस, देयर वोल्टेज इज़ लोअर एंड दे ट्रांसपोर्ट इलैक्ट्रिसिटी लोकली। जे आप लोकल इलैक्ट्रिसिटी नूं ट्रांसफर करना उस टाइम जिहड़ियां लाइनस नूं डिस्ट्रीब्यूट लाइनस यूज़ कीतियां जांदियां ਉਹ ਕੀ ਨੇ डिस्ट्रीब्यूशन लाइनस। जिवें कि जिहड़ियां आपां ने सबस्टेशन तो अपने घरां विच तारां आंदियां ने ਉਹਨਾਂ ਲਾਈਨਸ ਨੂੰ ਆਪਾਂ ਕੀ ਕਿਹਾ ਜਾਂਦਾ ਆ? डिस्ट्रीब्यूशन लाइनस। डिस्ट्रीब्यूशन लाइनस आर लो वोल्टेज, इन्हां दी वोल्टेज किहड़ी हुंदी है? लो हुंदी है, विच ब्रिंग इलैक्ट्रिसिटी फ्रॉम सबस्टेशनस टू योर होम। द लाइनस आर स्मॉलर एंड कवर शॉर्टर डिस्टेंसिस। जिवें कि हुण डायग्राम आपां नूं प्रॉपरली एक्सप्लेन कर रहा, एक ही अपना जनरेटिंग स्टेशन पावर प्लांट, ये पावर प्लांट ने इलैक्ट्रिसिटी प्रोड्यूस की, उन्होंने आपां ने स्टैप अप ट्रांसफर्स लगा के जिन्हां दी रिक्वायरमेंट्स हाई वोल्टेजेस ने, लाइक फैक्ट्रीज फॉर एग्जाम्पल जिन्होंने आपां ट्रांसमिशन कस्टमर भी बोल सकते हैं, उन्होंने वास्ते आपां ने किहड़ियां लाइनस यूज़ कीतियां? ट्रांसमिशन लाइनस। ट्रांसमिशन लाइनस किहड़े वोल्टेज दियां हुंदियां? किन्ने दी? 765, 500, 345, 230 एंड 138। फर्दर अपने जो ये ट्रांसमिशन लाइनस ने अपने दूर कनैक्ट ट्रांसफर करती इलैक्ट्रिसिटी, दैन आप स्टैप डाउन ट्रांसफार्मर लगा के अपने सबस्टेशन सब ट्रांसमिशन कस्टमर्स नूं भी अपने की किया फुलफिल करती उन्होंने नीड्स, जिवें कि प्राइमरी कस्टमर्स ने, सैकेंडरी कस्टमर्स ने होम्स दे उन्होंने अपने किहड़ियां लाइनस नूं यूज़ किया? डिस्ट्रीब्यूशन लाइनस। सो स्टूडेंट्स तुहानूं सब तो पहला इन्हां दे विच फर्क पता होना चाहिए, ट्रांसमिशन कित्थे लगाई जाती है लाइनस ते डिस्ट्रीब्यूशन लाइनस कित्थे लगाई जांदियां ने। सो पावर ट्रैवल्स फ्रॉम पावर सोर्सिस to residential, commercial and industrial customers. During this, the electricity goes through transmission lines and distribution lines. From one type of line to another, the electricity goes through transformers which modify the voltage in order to optimize the energy loss through electromagnetic fields. मतलब जनरेटिंग स्टेशन तो आप अलग अलग रिक्वायरमेंट्स जिहड़ियां कस्टमर्स दियां ट्रांसमिशन ते डिस्ट्रीब्यूशन लाइनस तो कंप्लीट कर सकते हैं। सो नैक्सट टॉपिक आप की करना कि जो अपने ट्रांसमिशन लाइनस इंस्टॉल करना तो उस किहड़ी हैल्प दे नाल होणगे, जां तां आपां पोल्स यूज़ कर सकते हैं या टावर्स यूज़ कर सकते हैं। सो ट्रांसमिशन नैटवर्क्स रिक्वायर ऑपरेटिंग मोर एक्टिवली दैन डिस्ट्रीब्यूशन नैटवर्क्स, क्योंकि ट्रांसमिशन लाइनस नूं आपां ने लॉन्ग डिस्टेंस से ट्रांसफर करना हुंदा लाइनस नूं। सो वो वास्ते अपने कोल की आ कि आपां प्रॉपर ऑपरेटिंग ते मेनटेनेंस करनी पैंदी है इहदे लई। सो असैम्बलिंग एंड इरैक्टिंग अ ट्रांसमिशन स्ट्रक्चर रिक्वायर्स प्लैनिंग, टीम वर्क एंड केयरफुल अटेंशन। सिंस अ ट्रांसमिशन लाइन्स शुड हैव सफिशिएंट करंट कैरिंग कैपेसिटी, क्योंकि आपां नूं हुण ये भी एक गल का भी आपां नूं ध्यान रखना पैना, जे आप ट्रांसमिशन लाइनस नूं यूज़ कर रहे हैं तो वो वोल्टेज ड्रॉप बहुत घट होना चाहिए। मतलब जे आप उन्होंने इनपुट 30 दे रहे हैं तो अपने को आउटपुट भी इन्नी ही सपोज कर लो 30 आनी चाहिए, मीनस वोल्टेज ड्रॉप आ जो 30 नहीं तो 29, 28 होनी चाहिए कि अपने लॉसिस घट होण। ये वास्ते आपां जो कंडक्टर्स यूज़ करने ने उन्हां दी की प्रॉपर्टीज़ होनी चाहिए? दे शुड हैव हाई मैकेनिकल स्ट्रेंथ, मतलब जो कोई वर्स्ट वैदर कंडीशनस भी आ जाते हैं वो उत्थे भी वर्कआउट कर सकन। फर्दर की पॉइंट आ सकता? स्ट्रॉन्ग इनफ टू गिव सैटिस्फैक्टरी सर्विस ओवर अ लॉन्ग टाइम, मतलब वो इन्ने स्ट्रॉन्ग होण कि आपां सैटिस्फैक्टरी सर्विस ओवर अ लॉन्ग टाइम दे सकन। हुण ट्रांसमिशन लाइनस नूं एक जगह तो दूजी जगह ट्रांसफर करन दे लई आपां नूं जिन्हां चीज़ां दी जरूरत हुंदी उन्हां नूं आपां की कहने? लाइन सपोर्ट्स। लाइन सपोर्ट्स की हुंदे आ? फर्स्ट वुडन पोल्स, सैकेंड इज स्टील पोल्स, थर्ड इज RCC पोल्स। हुण जे आपां वुडन पोल्स की गल करिए तो वुडन पोल्स आ जिहड़े ਉਹ ਕੀ ਹੁੰਦੇ ਨੇ, ਉਹ ਵੁੱਡ ਦੇ ਬਣੇ ਹੁੰਦੇ ਨੇ, ਇਹ ਬਹੁਤ ਪਹਿਲਾਂ ਯੂਜ਼ ਕੀਤੇ ਜਾਂਦੇ ਸੀਗੇ। ਇਹਦੇ ਇੱਕ ਕੀ ਡਿਸਐਡਵਾਂਟੇਜ ਆ, ਇਨਸੂਲੇਸ਼ਨ ਤਾਂ ਪ੍ਰੋਪਰ ਹੋ ਰਹੀ ਹੈ ਬਟ ਉਹ ਜਿਹੜੀ ਲੱਕੜ ਆਪਣੀ ਉਹਦੇ ਵਿੱਚ ਫਾਊਂਡੇਸ਼ਨ ਦੇ ਵਿੱਚ ਯੂਜ਼ ਕਰਦੇ ਹਾਂ ਆਪਾਂ, ਉਹਦੇ ਨਾਲ ਕੀ ਹੁੰਦਾ ਉਹ ਵਿਦ ਟਾਈਮ ਉਹਦੀ ਡਿਗਰੇਡੇਸ਼ਨ ਹੋ ਜਾਂਦੀ ਹੈ ਅਤੇ ਜਿਹੜੀ ਫਾਊਂਡੇਸ਼ਨ ਤੋਂ ਹੀ ਆਪਣੇ ਪੋਲ ਟੁੱਟਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਪਹਿਲਾਂ ਯੂਜ਼ ਕੀਤੇ ਜਾਂਦੇ ਸੀ ਬਟ ਹੁਣ ਕੀ ਚੱਲ ਰਿਹਾ ਜ਼ਿਆਦਾਤਰ? ਸਟੀਲ ਪੋਲਸ ਔਰ RCC ਪੋਲਸ।
ਜਿਹੜੇ ਸਟੀਲ ਪੋਲਸ ਹੁੰਦੇ ਨੇ ਉਹ ਸਟੀਲ ਦੀ ਪ੍ਰੋਪਰਟੀਜ਼ ਕਰਕੇ, ਜਿਵੇਂ ਕਿ ਸਟੀਲ ਆਪਾਂ ਨੂੰ ਪਤਾ ਆ ਕਿ ਇਹਦੀ ਹਾਈ ਮਕੈਨੀਕਲ ਸਟਰੈਂਥ ਹੁੰਦੀ ਆ ਤੇ ਇਹ ਪ੍ਰੋਪਰਲੀ ਆਪਾਂ ਨੂੰ ਟਾਵਰਸ ਦੀ ਮਕੈਨੀਕਲ ਸਟਰੈਂਥ ਵੀ ਵਧਾਉਂਦਾ ਆ। ਤਾਂ ਇਸ ਕਰਕੇ ਸਟੀਲ ਪੋਲਸ ਆ ਜਿਹੜੇ ਉਹ ਯੂਜ਼ ਕੀਤੇ ਜਾਂਦੇ ਨੇ। ਮੋਰ ਓਵਰ ਟਾਵਰਸ ਆ ਜਿਹੜੇ ਵੁਡਨ ਪੋਲਸ ਨਾਲੋਂ ਸਟੀਲ ਪੋਲਸ ਦੇ ਜਿਹੜੇ ਉਹ ਪੋਲਸ ਨੇ ਉਹ ਦੇਖਣੇ ਵੱਧ ਸੋਹਣੇ ਲੱਗਦੇ ਨੇ। ਥਰਡ ਪੁਆਇੰਟ ਇਜ਼ RCC ਪੋਲਸ, ਰੇਨਫੋਰਸਡ ਕੰਕਰੀਟ ਪੋਲਸ। ਇਹਦੇ ਵਿੱਚ ਜਿਵੇਂ ਡਾਇਗਰਾਮਸ ਦੇ ਵਿੱਚ ਆਪਾਂ ਦੇਖ ਸਕਦੇ ਹਾਂ, ਇਹ RCC ਪੋਲਸ ਨੇ। ਇਹਦੇ ਵਿੱਚ ਕੀ ਹੁੰਦੀ ਆ, ਆਹ ਆਪਾਂ ਨੇ ਗੈਪਿੰਗ ਦਿੱਤੀ ਹੁੰਦੀ ਆ ਫॉर ਕਲਾਈਂਬਿੰਗ। ਜੇ ਕੋਈ ਆਪਣਾ ਨੂੰ ਕੋਈ ਫਾਲਟ ਵਗੈਰਾ ਪੈ ਜਾਵੇ ਟਾਵਰਸ ਦੇ ਵਿੱਚ ਤਾਂ ਇਹਦੇ ਥਰੂ ਆਪਾਂ ਠੀਕ ਕਰ ਸਕਦੇ ਹਾਂ। ਅੱਜ ਕੱਲ੍ਹ ਜਿਹੜੇ ਪੋਲਸ ਜ਼ਿਆਦਾ ਯੂਜ਼ ਹੁੰਦੇ ਨੇ ਉਹ RCC ਪੋਲਸ ਯੂਜ਼ ਹੁੰਦੇ ਨੇ।